ਗੁੱਡ ਆਫਟਰਨੂਨ ਸਟੂਡੈਂਟਸ। ਆਪਣੇ ਇਸ ਨਵੇਂ ਲੈਕਚਰ ਦੇ ਵਿੱਚ ਨਵੇਂ ਵੀਡੀਓ ਲੈਕਚਰ ਵਿੱਚ ਜਿਹੜਾ ਅਸੀਂ ਚੈਪਟਰ ਨਵਾਂ ਸਟਾਰਟ ਕਰ ਰਹੇ ਹਾਂ ਉਹ ਹੈ ਨਾਈਟ੍ਰੋ ਕੰਪਾਊਂਡਸ। ਸਾਡੇ ਫੰਕਸ਼ਨ ਗਰੁੱਪ ਦੀ ਸੀਕੁਐਂਸ ਦੇ ਵਿੱਚ ਇਹ ਲਾਸਟ ਫੰਕਸ਼ਨ ਗਰੁੱਪ ਹੈ। ਇਸ ਤੋਂ ਪਹਿਲਾਂ ਅਸੀਂ ਅਮੀਨਸ ਦਾ ਚੈਪਟਰ ਕੰਪਲੀਟ ਕੀਤਾ ਹੈ, ਜਿਸ ਵਿੱਚ ਲਾਸਟ ਟੌਪਿਕ ਅਸੀਂ ਕੀਤਾ ਸੀ ਫੇਸ ਟ੍ਰਾਂਸਫਰ ਕੈਟਲਿਸਟ। ਉਸ ਤੋਂ ਅਸੀਂ ਨਾਈਟ੍ਰੋ ਕੰਪਾਊਂਡ ਸਟਾਰਟ ਕਰ ਰਹੇ ਹਾਂ। ਸੋ ਨਾਈਟ੍ਰੋ ਕੰਪਾਊਂਡਸ ਦੇ ਵਿੱਚ ਜਿਹੜਾ ਫੰਕਸ਼ਨ ਗਰੁੱਪ ਹੈ NO2 ਫੰਕਸ਼ਨ ਗਰੁੱਪ ਹੈ, ਔਰ ਇਸ ਨੂੰ ਅਸੀਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਜਿਸ ਦੇ ਵਿੱਚ ਨਾਈਟ੍ਰੋਜਨ ਦੋ ਆਕਸੀਜਨ ਨਾਲ ਅਟੈਚਡ ਹੈ, one with double bond and one with coordinate bond, and coordinate bond can also be written as covalent bond but showing positive and negative charges. Positive charge from which electron pair is donated and negative charge on the atom at which is accepting the electron pair. अगर असी क्लासीफिकेशन की गल करिए तो नाइट्रो कंपाउंड्स कैन बी क्लासीफाइड इनटू प्राइमरी, सैकेंडरी एंड टर्शियरी नाइट्रो कंपाउंड्स डिपेंडिंग अपॉन द कार्बन टू विच नाइट्रो ग्रुप इज अटैच्ड. इफ दिस कार्बन इज प्राइमरी, then it is primary nitro compound. In secondary nitro compound, the carbon bearing nitro group is having two alkyl groups, and similarly in tertiary the carbon is tertiary carbon means it is attached to three groups, three alkyl groups. और ਜਿਹੜੇ ਅਸੀਂ ਇਹ ਦੋ ਸਟਰਕਚਰਸ ਦੇਖਿਆ ਨੇ, ਇਸ ਨੂੰ ਵਿੱਚ ਅਸੀਂ ਅਗਰ ਅਸੀਂ ਹੋਰ ਡਿਟੇਲ ਦੇਖਣੀ ਹੈ ਤਾਂ ਸਾਨੂੰ ਪਤਾ ਹੈ ਨਾਈਟ੍ਰੋਜਨ ਦੇ ਆਊਟਰਮੋਸਟ ਸ਼ੈਲ ਵਿੱਚ 5 ਇਲੈਕਟ੍ਰੋਨਸ ਹੁੰਦੇ ਨੇ, ਤਾਂ ਉਹ 5 ਇਲੈਕਟ੍ਰੋਨ ਵਿੱਚੋਂ ਜਿਹੜੇ 2 ਇਲੈਕਟ੍ਰੋਨਸ ਨੇ ਉਹ ਪਾਈ ਬੌਂਡ ਬਣਾ ਲੈਣਗੇ ਆਕਸੀਜਨ ਦੇ ਨਾਲ ਇਸ ਤਰੀਕੇ ਨਾਲ, ਔਰ ਇੱਕ ਇਲੈਕਟ੍ਰੋਨ ਜੋ ਹੈ ਉਹ ਆਰ ਗਰੁੱਪ ਨਾਲ ਸਿਗਮਾ ਬੌਂਡ ਬਣਾ ਲੇਗਾ. ਸੋ ਨਾਓ ਨਾਈਟ੍ਰੋਜਨ ਇਜ਼ ਲੈਫਟ ਵਿਦ one ਇਲੈਕਟ੍ਰੋਨ ਪੇਅਰ ਵਿਚ ਇਟ ਕੈਨ ਡੋਨੇਟ ਟੂ ਆਕਸੀਜਨ ਵਿਚ ਇਜ਼ 2 ਇਲੈਕਟ੍ਰੋਨ ਡੈਫੀਸ਼ੀਐਂਟ. ਸੋ ਇਸ ਤਰੀਕੇ ਨਾਲ ਦੀ ਸਟਰਕਚਰ ਬਣਦੀ ਹੈ. ਔਰ ਅਗਰ ਅਸੀਂ ਇਸ ਨੂੰ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਹੈ ਕਿ ਕੋਵਲੈਂਟ ਬੌਂਡ ਦੀ ਤਰ੍ਹਾਂ ਸ਼ੋ ਕਰਨਾ ਹੈ ਤਾਂ ਨਾਈਟ੍ਰੋਜਨ ਨੇ ਇਲੈਕਟ੍ਰੋਨ ਪੇਅਰ ਡੋਨੇਟ ਕੀਤਾ, ਇੱਥੇ ਅਸੀਂ ਪੋਜ਼ਿਟਿਵ ਚਾਰਜ ਸ਼ੋ ਕਰਾਂਗੇ ਔਰ ਇੱਥੇ ਨੈਗੇਟਿਵ ਚਾਰਜ. ਤਾਂ ਇਹ ਗਰੁੱਪ ਜਿਹੜਾ ਹੈ ਇਹ ਕਾਫੀ ਇਜ਼ੀ ਡਾਈਪੋਲ ਮੂਵਮੈਂਟ ਹੈ ਬਿਕੋਜ਼ ਆਫ positive negative charges, and it can undergo resonance. To show resonance we can have another resonating structure ਜਿਸ ਵਿੱਚ ਨੈਗੇਟਿਵ ਚਾਰਜ ਦੂਸਰੇ ਐਟਮ ਦੇ ਉੱਪਰ ਡੀਲੋਕਲਾਈਜ਼ ਹੋ ਜਾਏਗਾ. ਔਰ ਅਗਰ ਅਸੀਂ ਦੇਖੀਏ ਕਿ ਕਨਫਰਮੇਸ਼ਨ ਜਾਂ ਵੈਰੀਫਿਕੇਸ਼ਨ ਕਿਸ ਤਰ੍ਹਾਂ ਕਰ ਸਕਦੇ ਹਾਂ, ਵੀ ਕੈਨ ਵੈਰੀਫਾਈ ਇਟ ਫਰੋਮ ਨਾਈਟ੍ਰੋਜਨ ਆਕਸੀਜਨ ਬੌਂਡ ਲੈਂਥ, ਜਿਹੜੀ ਕਿ ਦੋਨੇ ਨਾਈਟ੍ਰੋਜਨ ਆਕਸੀਜਨ ਬੌਂਡ ਲੈਂਥ ਜਿਹੜੀਆਂ ਨੇ ਉਹ ਸਿੰਗਲ ਔਰ ਡਬਲ ਬੌਂਡ ਲੈਂਥ ਦੇ ਇਨ ਬਿਟਵੀਨ ਹੈ. ਉਸ ਤੋਂ ਅਸੀਂ ਸਟਾਰਟ ਕਰ ਰਹੇ ਹਾਂ ਮੈਥਡਸ ਆਫ ਪ੍ਰੈਪਰੇਸ਼ਨ. ਤੁਸੀਂ ਫਸਟ ਵਿੱਚ ਵੀ ਪੜ੍ਹਿਆ ਸੀਗਾ ਐਲਕੇਨ ਦੇ ਚੈਪਟਰ ਵਿੱਚ ਕਿ ਐਲਕੇਨਸ ਦੀ ਅਸੀਂ ਨਾਈਟ੍ਰੇਸ਼ਨ ਵੀ ਕਰ ਸਕਦੇ ਹਾਂ, ਐਂਡ ਦਿਸ ਪ੍ਰੋਸੈਸ ਇਜ਼ ਨੋਨ ਐਜ਼ ਵੇਪਰ ਫੇਜ਼ ਨਾਈਟ੍ਰੇਸ਼ਨ. ਵੇਪਰ ਫੇਜ਼ ਕਿਉਂ ਕਹਿ ਰਹੇ ਹਾਂ, ਕਿਉਂਕਿ ਇਸ ਦੇ ਵਿੱਚ ਜੋ ਐਲਕੇਨਸ ਨੇ ਉਹ ਵੀ ਵੇਪਰ ਫੇਜ਼ ਵਿੱਚ ਹੈ ਔਰ ਨਾਈਟ੍ਰਿਕ ਐਸਿਡ ਵੀ ਵੇਪਰ ਫੇਜ਼ ਵਿੱਚ ਹੈ. ਹਾਈ ਟੈਂਪਰੇਚਰ ਇਜ਼ ਦੇਅਰ, ਐਂਡ ਜੋ ਨਾਈਟ੍ਰਿਕ ਐਸਿਡ ਅਸੀਂ ਯੂਜ਼ ਕਰਨਾ ਹੈ ਦੈਟ ਇਜ਼ ਫਿਊਮਿੰਗ ਨਾਈਟ੍ਰਿਕ ਐਸਿਡ, ਔਰ ਫਿਊਮਿੰਗ ਮੀਨਸ ਇਸ ਵਿੱਚ NO2 ਗੈਸ ਪ੍ਰੈਜ਼ੈਂਟ ਹੈ. ਤਾਂ ਹਾਈਡਰੋਜਨ ਜਿਹੜੀ ਹੈ ਦੈਟ ਇਜ਼ ਸਬਸਟੀਟਿਊਟਿਡ ਵਿਦ ਨਾਈਟ੍ਰੋ ਗਰੁੱਪ. ਸਿਰਫ ਇੰਨਾ ਹੀ ਨਹੀਂ ਹੈ ਕਿਉਂਕਿ ਨਾਈਟ੍ਰਿਕ ਐਸਿਡ ਜਿਹੜਾ ਹੈ ਆਕਸੀਡਾਈਜ਼ਿੰਗ ਏਜੰਟ ਵੀ ਹੁੰਦਾ ਹੈ. ਤਾਂ ਡਿਪੈਂਡਿੰਗ ਹੁੰਦਾ ਜਿਹੜੀ ਕਾਰਬਨ ਚੇਨ ਕਿ ਕਿੰਨੇ ਕਾਰਬਨ ਐਟਮਸ ਹੈ ਚੇਨ ਦੇ ਵਿੱਚ. ਜਿਸ ਤਰ੍ਹਾਂ ਕਿ ਅਗਰ ਅਸੀਂ ਪ੍ਰੋਪੇਨ ਲੈ ਲਈਏ ਤਾਂ ਜਦੋਂ ਅਸੀਂ ਵੇਪਰ ਫੇਜ਼ ਨਾਈਟ੍ਰੇਸ਼ਨ ਕਰਦੇ ਹਾਂ ਤਾਂ ਇਸ ਦੇ ਨਾਲ we can get products depending upon the hydrogen which is abstracted and which is substituted by nitro. So अगर प्राइमरी हाइड्रोजन abstract ਹੁੰਦੀ ਸਾਡੇ ਕੋਲ 1 नाइट्रोप्रोपेन ਬਣੇਗਾ, ਔਰ ਅਗਰ ਸੈਕੰਡਰੀ ਕਾਰਬਨ ਤੋਂ ਐਬਸਟ੍ਰੈਕਸ਼ਨ ਹੁੰਦੀ ਹੈ ਤਾਂ 2 ਨਾਈਟ੍ਰੋਪ੍ਰੋਪੇਨ ਬਣੇਗਾ. ਇਸ ਦੇ ਨਾਲ ਨਾਲ ਹੀ ਸਾਡੇ ਕੋਲ ਜਿਹੜੇ ਪ੍ਰੋਡਕਟਸ ਬਣਦੇ ਨਾਈਟ੍ਰੋ ਉਹ ਕੋਰਸਪੋਂਡਿੰਗ ਟੂ ਕਾਰਬਨ ਬੌਂਡ ਕਲੀਵੇਜ ਹਰ ਇੱਕ ਫਰੈਗਮੈਂਟ ਦੇ ਨਾਲ ਨਾਈਟ੍ਰੋ ਕੰਪਾਊਂਡਸ ਬਣਨਗੇ. ਜਿਸ ਤਰ੍ਹਾਂ ਕਿ ਅਗਰ ਇੱਥੋਂ ਬੌਂਡ ਕਲੀਵ ਹੁੰਦਾ ਹੈ ਤਾਂ 2 ਕਾਰਬਨ ਨਾਈਟ੍ਰੋ ਕੰਪਾਊਂਡ, similarly 1 carbon nitro compound. So number of products are formed. Along with that we also have complete oxidized products. जिस तरह कार्बन की ऑक्सीडेशन हो जाती है तो कार्बन डाइऑक्साइड, नाइट्रोजन की ऑक्सीडेशन होगी तो नाइट्रोजन डाइऑक्साइड,
और हाइड्रोजन की ऑक्सीडेशन हो रही है तो वाटर। सो नंबर ऑफ प्रोडक्ट्स आर फॉर्म्ड। सो इसलिए रिएक्शन जोड़ा है बहुत ज़्यादा डिज़ायरेबल नहीं है, स्पैशली लैबोरेटरी पॉइंट ऑफ व्यू नाल, क्योंकि सारे को एक प्रोडक्ट नहीं बनता। बट हाँ, क्योंकि अगर असी इस मिक्सर की गल करते हैं फ्रैगमेंटेड नाइट्रो कंपाउंड से, तो उन्होंने असी एज सॉल्वेंट यूज़ कर सकते हैं। तो इंडस्ट्रीयल मैथड ऑफ प्रैपरेशन जोड़ा है उस असी इस मैथड में बहुत ज़्यादा प्रैफर करते हैं, क्योंकि इंडस्ट्री लैवल पर असी ये सारे मिक्सर में ही एज सच सॉल्वेंट की तरह यूज़ कर सकते हैं। सो सैकेंड जो मैथड है दैट इज़ फ्रॉम alkyl halides. So now alkyl halides are X। अगर से थे न्यूक्लियोफिलिक सब्सटीट्यूशन रिएक्शन कर दिए, जिस तरह की अगर से थे सिल्वर नाइट्रेट ऐड कर दिए, सॉरी सिल्वर नाइट्राइट ऐड कर दिए AgNO2, तो इस दे विच ये ग्रुप इत्थे अटैक करेगा, ये वाला ग्रुप, तो साढ़े कोल फाइनल प्रोडक्ट नाइट्रो कंपाउंड प्लस सिल्वर हैलाइड। नाउ द क्वेश्चन इज़ कि जो ये नाइट्राइट ग्रुप है इट इज़ एम्बीएंट न्यूक्लियोफाइल। एम्बीएंट मीनस कि इस विच दो साइड्स ने जिथों ये अटैक कर सकता है, वन इज़ थ्रू ऑक्सीजन अनदर इज़ थ्रू नाइट्रोजन। हुण इस केस दे विच जो अटैक है प्रैफरेबली नाइट्रोजन थ्रू होंदा है, बट देयर इज़ सम प्रोडक्ट कॉरस्पॉन्डिंग टू अटैक ऑफ फ्रॉम ऑक्सीजन, तो ये नाइट्राइट बन के अल्काइल नाइट्राइट। अगर बॉन्डिंग नाइट्रोजन के थ्रू होंगी है तो ये असी नाइट्रो एल्केन कहने हैं। सो अटैक किस दे थ्रू होएगा, किस तरह पता लगेगा, क्योंकि सिल्वर और नाइट्राइट की जी बॉन्डिंग है कोवलेंट बॉन्ड है। सो कोवलेंट बॉन्ड करके सिर्फ ऑक्सीजन के लोन पेयर और नाइट्रोजन के लोन पेयर अवेलेबल ने इससे अटैक कर ली। अगर ऑक्सीजन के लोन पेयर अटैक कर दे तो नाइट्राइट बनेगा, अगर नाइट्रोजन के लोन पेयर अटैक करेंगे तो नाइट्रो बनेगा। नाउ वी नो एज कंपेयर टू ऑक्सीजन नाइट्रोजन इज less electronegative, so it can attack easily or it can donate its electron density easily. So attack is through nitrogen mainly and we are getting nitro compound. But अगर असी इसकी बजाय सोडियम नाइट्राइट लिए या पोटाशियम नाइट्राइट लिए तो वो कंपाउंड्स की है आयनिक कंपाउंड्स ने, और आयनिक कंपाउंड विच जो नैगेटिव चार्ज है वो ऑक्सीजन ते प्रेजेंट होंदा है। इस तरीके नाल तो नैचुरली हुण जो अटैक होएगा वो नैगेटिव चार्ज के थ्रू होएगा और बॉन्डिंग जो प्रोडक्ट बनेगा वो नाइट्राइट बनेगा। ठीक है, और इस तो बाद एक मैथड है फ्रॉम प्राइमरी अमीन्स containing टर्शरी कार्बन। मीन्स कोई इस तरह की अमीन जिससे टर्शरी कार्बन है, जिस तरह ये कार्बन टर्शरी कार्बन है, 3 अल्काइल ग्रुप लगे हैं, बट अमीन जी है प्राइमरी है। क्यों प्राइमरी अमीन है, क्योंकि इस नाइट्रोजन नाल इक्को ही अल्काइल ग्रुप लग्या हुआ है, चाहे वो अल्काइल ग्रुप टर्शरी कार्बन के थ्रू क्यों ना लग्या हुआ है, बट इट इज़ प्राइमरी अमीन। सो इस तरह की अमीन की जो असी ऑक्सीडेशन करते हैं विद KMnO4 तो साढ़े को जो अमाइनो ग्रुप है दैट इज़ कन्वर्टिड टू ऑक्सीडाइज टू नाइट्रो, और ये जो नाइट्रो कंपाउंड है इसमें असी टर्शरी करने हैं। सो अमाइनो और नाइट्रो का जो नोमनक्लेचर है क्लासीफिकेशन है वो थोड़ा जहा आपस में डिफर करता है। सो ये तो हो गए साढ़े को जनरल एलिफेटिक मैथड ऑफ प्रैपरेशन। अगर असी एरोमेटिक बनाने हैं कंपाउंड्स, एरोमेटिक नाइट्रो कंपाउंड्स बनाने हैं तो जिस तरह कि नाइट्रोबेंजीन, तो ये भी तुसी ऑलरेडी फर्स्ट ईयर विच पढ़िया होया है। सिंपल मैथड है बेंजीन नू असी नाइट्रेशन करांगे बाय यूजिंग नाइट्रेटिंग एजेंट दैट इज़ नाइट्रिक एसिड इन प्रेजेंस ऑफ कॉन्सनट्रेटेड सल्फ्यूरिक एसिड, तो साडे कोल इत्थे नाइट्रोबेंजीन बन जाता है और प्लस वाटर। ये रिएक्शन तुसी ऑलरेडी पढ़िया होया है। इट इज़ एन एग्जाम्पल ऑफ इलैक्ट्रोफिलिक सबस्टिट्यूशन रिएक्शन, बट जो इतने मिक्स असी यूज़ कर रहे हैं कॉन्सनट्रेटेड नाइट्रिक एसिड एंड कॉन्सनट्रेटेड सल्फ्यूरिक एसिड का असी इसनों नाइट्रेटिंग मिक्सर कहने हैं। बट सिर्फ साढ़े को यही ऑप्शन नहीं है, वी हैव ए नंबर ऑफ ऑप्शंस अवेलेबल टू अस, जिस तरह कि असी नाइट्रोनियम परक्लोरेट असी यूज़ कर सकते हैं, नाइट्रोनियम टेट्राफ्लोरोबोरेट असी यूज़ कर सकते हैं, ईवन असी नाइट्रिक एसिड नू असी एस्टिक एनहाइड्राइड की प्रेजेंस विच भी यूज़ कर सकते हैं। सो दिस इज़ कंपैरेटिवली माइल्ड ऑक्सीडाइजिंग एजेंट। केड़ा नाइट्रेटिंग एजेंट यूज़ करना है वो डिपेंड करता है कि साडा स्टार्टिंग मटीरियल की है।
ਫੋਰ ਐਗਜ਼ਾਮਪਲ ਅਗਰ ਸਾਡਾ ਸਟਾਰਟਿੰਗ ਮਟੀਰੀਅਲ ਜਿਹੜਾ ਹੈ ਸਬਸਟੀਟਿਊਟਡ ਬੈਂਜ਼ੀਨ ਹੈ, ਜਿਸ ਦੇ ਵਿੱਚ ਜਿਹੜਾ Z ਹੈ ਉਹ ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਹੈ। ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਮਤਲਬ ਕੋਈ ਐਲਕਾਈਲ ਗਰੁੱਪ ਹੈ, ਅਮਾਈਨੋ ਗਰੁੱਪ ਲੱਗਿਆ ਹੋਇਆ ਹੈ ਜਾਂ OH ਗਰੁੱਪ ਹੈ। ਸੋ ਇਸ ਤਰ੍ਹਾਂ ਦਾ ਕੋਈ ਵੀ ਗਰੁੱਪ ਲੱਗਿਆ ਹੋਇਆ ਹੈ ਜਾਂ ਤਾਂ ਉਸ ਕੇਸ ਵਿੱਚ ਕੀ ਹੁੰਦਾ ਕਿ ਇਹ ਗਰੁੱਪ ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਨੇ, ਰਿੰਗ ਵਿੱਚ ਇਲੈਕਟ੍ਰੋਨ ਡੈਂਸਿਟੀ ਵਧਾ ਦਿੰਦੇ ਨੇ। ਸੋ ਰਿੰਗ ਬਹੁਤ ਜ਼ਿਆਦਾ ਐਕਟੀਵੇਟ ਹੋ ਜਾਂਦੀ ਹੈ ਐਂਡ ਵੀ ਕੈਨ ਯੂਜ਼ ਮਾਈਲਡ ਆਕਸੀਡਾਈਜ਼ਿੰਗ ਏਜੰਟਸ, ਜਿਸ ਤਰ੍ਹਾਂ ਕਿ ਜੇ ਅਸੀਂ OH ਗਰੁੱਪ ਲਗਾਉਂਦੇ ਇੱਥੇ ਫਿਨੋਲ, ਤਾਂ ਨਾਈਟ੍ਰੇਸ਼ਨ ਅਸੀਂ ਈਵਨ ਡਾਇਲਿਊਟ ਨਾਈਟ੍ਰਿਕ ਐਸਿਡ ਦੇ ਨਾਲ ਵੀ ਕਰ ਸਕਦੇ ਹਾਂ। ਬਟ ਅਗਰ Z ਜਿਹੜਾ ਹੈ ਇਲੈਕਟ੍ਰੋਨ ਵਿਡਰੋਇੰਗ ਗਰੁੱਪ ਹੈ, ਜਿਸ ਤਰ੍ਹਾਂ ਕਿ ਨਾਈਟ੍ਰੋ ਹੈ, ਐਲਡੀਹਾਈਡ, ਕੀਟੋਨਸ, ਐਸਿਡ ਗਰੁੱਪ, ਇਲੈਕਟ੍ਰੋਨ ਵਿਡਰੋਇੰਗ ਕੋਈ ਵੀ ਇਸ ਤਰ੍ਹਾਂ ਦਾ ਗਰੁੱਪ ਹੈ, ਜਾਂ ਅਸੀਂ ਰਿੰਗ ਦੇ ਵਿੱਚ ਇੱਕ ਤੋਂ ਜ਼ਿਆਦਾ ਨਾਈਟ੍ਰੋ ਗਰੁੱਪਸ ਅਟੈਚ ਕਰਨੇ ਹੈ, then we have to use strong conditions, we have to use strong nitrating agents ਔਰ ਉਸਦੇ ਵਿੱਚ ਟੈਂਪਰੇਚਰ ਕੰਡੀਸ਼ਨਸ ਵੀ ਜਿਹੜੇ ਹੈ ਉਹ ਥੋੜ੍ਹੀਆਂ ਜਿਹੀਆਂ ਸਟਰੋਂਗ ਹੋ ਜਾਣਗੀਆਂ। ਤੋ ਉਸ ਤੋਂ ਬਾਅਦ ਹੈ ਸਾਡੇ ਕੋਲ ਫਿਜ਼ੀਕਲ ਪ੍ਰੋਪਰਟੀਜ਼। ਫਿਜ਼ੀਕਲ ਪ੍ਰੋਪਰਟੀਜ਼ ਦੇ ਵਿੱਚ ਮੇਨ ਜਿਹੜਾ ਅਸੀਂ ਗੱਲ ਕਰਦੇ ਹਾਂ ਕਿ ਨੋਰਮਲ ਇਸ ਦੀ ਜਿਹੜੀ ਸਟੇਟ ਹੈ ਜਾਂ ਕਲਰ ਹੈ ਕਿਸ ਤਰ੍ਹਾਂ ਹੁੰਦਾ ਹੈ। ਇਨ ਜਨਰਲ ਅਗਰ ਅਸੀਂ ਫਰੈਸ਼ ਬੋਟਲ ਖੋਲ੍ਹਦੇ ਹਾਂ ਤਾਂ ਜਾਂ ਅਸੀਂ ਕਹਿੰਦੇ ਕਿ ਪਿਓਰ ਅਸੀਂ ਕੰਪਾਊਂਡ ਲੈ ਰਹੇ ਹਾਂ ਤਾਂ ਉਹ ਕਲਰਲੈਸ ਹੁੰਦਾ ਹੈ। ਬਟ ਅਗਰ ਟਾਈਮ ਦੇ ਨਾਲ ਨਾਲ ਕਾਫੀ ਦੇਰ ਪਿਆ ਰਵੇ ਜਾਂ ਉਸ ਵਿੱਚ ਕੋਈ ਇੰਪਿਊਰਿਟੀ ਹੋਏਗੀ ਤਾਂ ਇਹ ਪੇਲ ਯੈਲੋ ਕਲਰ ਦੇ ਕੰਪਾਊਂਡਸ ਹੁੰਦੇ ਨੇ, ਜਾਂ ਲਿਕੁਇਡਸ ਵੀ ਹੋ ਸਕਦੇ ਹੈ, ਸੋਲਿਡਸ ਵੀ ਹੋ ਸਕਦੇ ਔਰ ਡਿਪੈਂਡ ਕਰਦਾ ਹੈ। ਤੋ ਯੈਲੋ ਕਲਰ ਜਿਹੜਾ ਆ ਰਿਹਾ ਹੈ ਉਹ ਡਿਊ ਟੂ ਨਾਈਟ੍ਰੋ ਗਰੁੱਪ ਆ ਰਿਹਾ ਹੈ, ਕਿਉਂਕਿ ਜਿਹੜਾ ਨਾਈਟ੍ਰੋ ਗਰੁੱਪ ਹੈ ਉਹ ਕ੍ਰੋਮੋਫੋਰ ਹੁੰਦਾ ਹੈ। ਇਹਨੂੰ ਤੁਸੀਂ 3rd ਈਅਰ 'ਚ ਪੜ੍ਹੋਗੇ ਜਿਹੜਾ ਪਰਟੀਕੂਲਰ ਐਬਜ਼ੋਰਬ ਕਰਦਾ ਹੈ ਲਾਈਟ ਆਫ ਪਰਟੀਕੂਲਰ ਵੇਵਲੈਂਥ, ਜਿਸ ਨਾਲ ਇਹ ਯੈਲੋ ਕਲਰ ਅਮਿਟ ਕਰਦਾ ਹੈ। ਤਾਂ ਜਿੰਨੇ ਨਾਈਟ੍ਰੋ ਗਰੁੱਪਸ ਜ਼ਿਆਦਾ ਲੱਗੇ ਹੋਣਗੇ ਉਨੇ ਹੀ ਉਹਦਾ ਯੈਲੋ ਕਲਰ ਜਿਹੜਾ ਹੈ ਹੋਰ ਵੀ ਜ਼ਿਆਦਾ ਇੰਟੈਂਸ ਹੋ ਜਾਏਗਾ। ਔਰ ਜਿਹੜਾ ਸਪੈਸ਼ਲ ਐਰੋਮੈਟਿਕ ਕੰਪਾਊਂਡ ਨਾਈਟ੍ਰੋਬੈਂਜ਼ੀਨ ਹੈ, ਇਸ ਜਿਹੜੀ ਸਮੈਲ ਹੈ ਦੈਟ ਇਜ਼ ਆਫ ਬਿਟਰ ਐਲੀਮੈਂਟਸ, ਔਰ ਇਸ ਦਾ ਜਿਹੜਾ ਕਾਮਨ ਨੇਮ ਹੈ ਦੈਟ ਇਜ਼ ਆਇਲ ਆਫ ਮਿਰਬੇਨ। ਸੋ ਵੈਰੀ ਪੋਪੂਲਰ ਨੇਮ ਆਇਲ ਆਫ ਮਿਰਬੇਨ ਅਸੀਂ ਇਸ ਨੂੰ ਕਹਿੰਦੇ ਹਾਂ। ਸੋਲਿਬਿਲਿਟੀ ਅਗਰ ਅਸੀਂ ਗੱਲ ਕਰੀਏ ਤਾਂ ਕਿਉਂਕਿ ਇਹ ਕੰਪਾਊਂਡ ਡਾਈਪੋਲ ਮੂਵਮੈਂਟ ਹੈ, ਇਹ ਕੰਪਾਊਂਡ ਪੋਲਰ ਹੈ, ਤਾਂ ਆਮ ਤੌਰ ਜਿਹੜੇ ਐਲੀਫੈਟਿਕ ਨਾਈਟ੍ਰੋ ਕੰਪਾਊਂਡਸ ਹੈ ਦੇ ਆਰ ਵਾਟਰ ਸੋਲਿਊਬਲ। ਬਟ ਐਰੋਮੈਟਿਕ ਜਿਹੜੇ ਨਾਈਟ੍ਰੋ ਕੰਪਾਊਂਡਸ ਨੇ, ਕਿਉਂਕਿ ਜਿਹੜੀ ਰਿੰਗ ਹੈ ਉਹ ਵਾਟਰ ਵਿੱਚ ਇਨਸੋਲਿਊਬਲ ਹੈ, ਦੇ ਆਰ ਪ੍ਰੈਕਟੀਕਲੀ ਇਨਸੋਲਿਊਬਲ ਇਨ ਵਾਟਰ। ਔਰ ਕੈਮੀਕਲ ਰਿਐਕਸ਼ਨਸ ਦੇ ਵਿੱਚ ਜਿਹੜਾ ਅਸੀਂ ਕਰਨਾ ਹੈ ਉਹ ਅਸੀਂ ਆਪਣੇ ਨੈਕਸਟ ਲੈਕਚਰ ਵਿੱਚ ਕਰਾਂਗੇ। ਫਿਲਹਾਲ ਯੂ ਕੈਨ ਕਨਸਨਟ੍ਰੇਟ ਔਨ ਮੈਥਡਸ ਆਫ ਪ੍ਰੈਪਰੇਸ਼ਨ ਐਂਡ ਫਿਜ਼ੀਕਲ ਪ੍ਰੋਪਰਟੀਜ਼।